20 ਘਟਾਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਡੀਸੀ ਨੂੰ ਮੰਗ ਪੱਤਰ ਦਿੱਤਾ ਵਾ। ਉਸ ਬਾਰੇ ਗੱਲ ਕਰਦੇ ਹਾਂ। ਸਾਡੇ ਨਾਲ ਪਵਨ ਕੁਮਾਰ ਟੀਨੂ ਜੀ ਮੌਜੂਦ ਹੈ। ਮੰਗ ਪੱਤਰ ਦਿੱਤਾ ਹੈ 20 ਘਟਾਲੇ ਨੂੰ ਲੈ ਕੇ। ਪੰਜਾਬ 'ਚ ਝੋਨੇ ਦੇ ਬੀਜ ਨੂੰ ਲੈ ਕੇ ਬਹੁਤ ਵੱਡਾ ਘੁਟਾਲਾ ਹੋਇਆ ਔਰ ਕਿਸਾਨਾਂ ਨੂੰ ਬਹੁਤ ਅੱਤ ਦਰਜੇ ਦਾ ਮਹਿੰਗਾ ਬੀਜ ਜਿਹੜਾ ਘਟੀਆ ਦਰਜੇ ਦਾ ਉਹ ਦਿੱਤਾ ਗਿਆ। ਔਰ ਇਹਦੇ ਵਿੱਚ ਜਿਹੜੀ ਕੰਪਨੀ ਆ ਬਰਾੜ ਸੀਡ ਕੰਪਨੀ ਔਰ ਕਰਨਾਲ, ਉਹਦੇ ਲਿੰਕ ਜਿਹੜੇ ਆ ਉਹ ਸਰਕਾਰ ਦੇ ਬੰਦਿਆਂ ਨਾਲ ਜੁੜੇ ਹੋਏ ਆ। ਸਰਕਾਰ ਦੀ ਸ਼ਹਿ ਤੋਂ ਬਗੈਰ ਇਹੋ ਜਿਹਾ ਵੱਡਾ ਘੁਟਾਲਾ ਕਿਸਾਨਾਂ ਦੀ ਲੁੱਟ ਖਸੁੱਟ ਨਹੀਂ ਹੋ ਸਕਦੀ। ਸੋ ਉਹਦੀ ਜਾਂਚ ਦੀ ਮੰਗ ਕਰਨ ਵਾਸਤੇ ਅਸੀਂ ਅੱਜ ਡਿਪਟੀ ਕਮਿਸ਼ਨਰ ਜਲੰਧਰ ਨੂੰ ਪੰਜਾਬ ਦੇ ਗਵਰਨਰ ਦੇ ਨਾਂ ਤੇ ਇੱਕ ਪੱਤਰ ਦੇਣ ਵਾਸਤੇ ਆਏ ਸੀ ਤੇ ਮੰਗ ਕੀਤੀ ਉਹਦੀ ਜਾਂਚ ਹੋਵੇ ਔਰ ਉਹ ਕੰਪਨੀ ਨੂੰ ਸੀਲ ਕੀਤਾ ਜਾਵੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਹ ਸਾਡੀ ਮੰਗ ਹੈ। ਹੋਰ ਵੀ ਮੰਗਾਂ ਤੁਸੀਂ ਜਿਹੜੀਆਂ ਏਡੀਸੀ ਸਾਹਿਬ ਕੋ ਇੱਥੇ ਰੱਖੀਆਂ? ਦੂਜੀ ਮੰਗ ਰੱਖੀ ਅਸੀਂ ਜੇ ਪੰਜਾਬ 'ਚ ਲੋਕਤੰਤਰ ਦੇ ਚੌਥੇ ਥੰਮ ਪੱਤਰਕਾਰਾਂ ਤੇ ਆਏ ਦਿਨ ਹਮਲੇ ਹੋ ਰਹੇ ਔਰ ਫਿਰ ਸਰਕਾਰ ਤੇ ਪੁਲਿਸ ਉੱਤੇ ਕਾਰਵਾਈ ਕੋਈ ਨਹੀਂ ਕਰਦੀ, ਉਹ ਅਸੀਂ ਮੰਗ ਕਰਨ ਆਏ ਹਾਂ। ਉਹ ਵੀ ਅਸੀਂ ਲਿਖਤੀ ਦਿੱਤਾ ਕਿ ਉਹਨਾਂ ਤੇ ਮੰਗ ਜਿਹੜੀ ਕਾਰਵਾਈ ਕੀਤੀ ਜਾਵੇ। ਸਾਡੇ ਭੋਗਪੁਰ ਤੇ ਪੱਤਰਕਾਰ ਤੇ ਹਮਲਾ ਹੋਇਆ, ਬਹੁਤ ਉਹਨੂੰ ਕੁੱਟਿਆ ਗਿਆ, ਉਹਨੂੰ ਕੱਲਾ ਦੇਖ ਕੇ ਬਹੁਤ ਕੁੱਟਿਆ ਗਿਆ ਤੇ ਪੁਲਿਸ ਸਰਕਾਰ ਦੀ ਸ਼ਹਿ ਤੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੀ। ਇਹਦੀ ਅਸੀਂ ਨਿਖੇਧੀ ਵੀ ਕਰਦੇ ਹਾਂ, ਅਸੀਂ ਇਹਦੀ ਮੰਗ ਵੀ ਕੀਤੀ ਹੈ। ਦੂਜਾ ਅਸੀਂ ਮੰਗ ਕੀਤੀ ਆ ਵੀ ਜਿਹੜੇ ਸਾਡੇ ਸੱਭਿਆਚਾਰ ਦੇ ਖੇਤਰ ਵਿੱਚ ਲੋਕ ਕੰਮ ਕਰਦੇ ਆ, ਕੋਈ ਗਾਉਂਦੇ ਆ, ਕੋਈ ਕਵੀ ਆ, ਜਿਨ੍ਹਾਂ ਨੇ ਪੰਜਾਬ ਦੇ ਸੱਭਿਆਚਾਰਕ ਨੂੰ ਪ੍ਰਫੁੱਲਤ ਕਰਨ ਵਿੱਚ ਬੜਾ ਵੱਡਾ ਯੋਗਦਾਨ ਪਾਇਆ, ਉਹ ਵਿਚਾਰੇ ਘਰਾਂ 'ਚ ਬੈਠੇ ਆ ਕਿਉਂਕਿ ਸਾਰੇ ਪ੍ਰੋਗਰਾਮ ਬੰਦ ਆ ਕਰੋਨਾ ਕਰਕੇ, ਕੋਈ ਫੰਕਸ਼ਨ ਨਹੀਂ ਹੋ ਸਕਦੇ। ਤਾਂ ਉਹਨਾਂ ਨੂੰ ਪੰਜਾਬ ਸਰਕਾਰ ਆਪਣੇ ਕੋਲੋਂ ਕੁਝ ਨਾ ਕੁਝ ਰਾਸ਼ਨ ਪਾਣੀ ਵਾਸਤੇ, ਕੋਈ ਜੀਵਨ ਦਾ ਗੁਜ਼ਾਰਾ ਕਰਨ ਵਾਸਤੇ ਕੁਛ ਨਾ ਕੁਛ ਉਹਨਾਂ ਨੂੰ ਜਿਹੜਾ ਪੈਸਾ ਮੁਹੱਈਆ ਕਰਾਵੇ, ਉਹਨਾਂ ਦੇ ਖਾਤਿਆਂ 'ਚ ਪਾਵੇ ਤਾਂ ਕਿ ਉਹ ਵਿਚਾਰੇ ਆਪਣੀ ਜ਼ਿੰਮੇਵਾਰੀ ਹੋਰ ਤਨਦੇਹੀ ਨਾਲ ਨਿਭਾਉਣ, ਪੰਜਾਬੀ ਪ੍ਰਤੀ, ਸਾਡੇ ਸੱਭਿਆਚਾਰ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਤੇ ਆਪਣਾ ਫਰਜ਼ ਬਣਦਾ ਆਪਾਂ ਵੀ ਆਪਣੀ ਜ਼ਿੰਮੇਵਾਰੀ ਨੂੰ ਉਹਨਾਂ ਪ੍ਰਤੀ ਸਮਝੀਏ। ਅਗਲਾ ਅਸੀਂ ਰਾਸ਼ਨ ਦੀ ਵੰਡ ਪੰਜਾਬ 'ਚ ਬੜੀ ਭੈੜੇ ਤਰੀਕੇ ਨਾਲ ਹੋਈ ਆ। ਕੇਂਦਰ ਵੱਲੋਂ ਭੇਜਿਆ ਗਿਆ ਫੰਡ ਵੀ ਜਿਹੜਾ ਆ ਪੈਸਾ ਜਿਹੜਾ ਰਾਸ਼ਨ ਆ ਉਹਦੀ ਕਾਣੀ ਵੰਡ ਹੋਈ ਆ, ਜ਼ਰੂਰੀ ਲੋਕਾਂ ਨੂੰ ਨਹੀਂ ਪ੍ਰਾਪਤ ਹੋਇਆ ਤੇ ਕਈ ਸਾਰੇ ਇਸ਼ੂਸ ਸਾਰੇ ਅਸੀਂ ਉਹ ਐਡੀਸੀ ਸਾਹਿਬ ਨਾਲ ਡਿਸਕਸ ਕੀਤੇ। ਮੈਂ ਜੇ ਗੱਲ ਕਰਾਂ ਤਾਂ ਕਿਸਾਨਾਂ ਦੀ ਜੇ ਗੱਲ ਕਰੀਏ ਤਾਂ ਕੁਦਰਤੀ ਆਫਤਾਵਾਂ ਜਾਂ ਉਸ ਤਰ੍ਹਾਂ ਉਹਨਾਂ ਨੂੰ ਮਾਰ ਪੈਂਦੀ ਆ ਰਹੀ ਹੈ, ਉੱਪਰੋਂ ਜਿਹੜਾ ਬੀਜ ਦਾ ਜੋ ਫਸਲ ਬੀਂਦੇ ਵੀ ਹੈ ਤੇ ਕੀ ਉਹ ਫਿਰ ਨੁਕਸਾਨ ਦੇ ਥੱਲੇ ਹੀ ਆਣਗੇ? ਦੇਖੋ ਇਹ ਸਰਕਾਰ ਜਿਹੜੀ ਆ ਪਿਛਲੇ 3.5 ਸਾਲ ਤੋਂ ਸਾਰੇ ਹੀ ਵਰਗਾਂ ਨਾਲ ਜ਼ਿਆਦਤੀ ਕਰ ਰਹੀ ਹੈ ਤੇ ਇਸ ਕਰਕੇ ਆ ਜਿਹੜਾ ਹੁਣ ਬੀਜ ਘੁਟਾਲਾ ਹੋਇਆ, ਇਹਦੀਆਂ ਤਾਰਾਂ ਵੀ ਸਰਕਾਰ ਦੇ ਮੰਤਰੀਆਂ ਨਾਲ ਜੁੜੀਆਂ ਹੋਈਆਂ ਤੇ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਦੀ ਲੁੱਟ ਖਸੁੱਟ ਹੋਈ ਹੈ। ਇਹਦੇ ਵਿੱਚ ਜਾਂਚ ਹੋ ਜਾਵੇ ਤਾਂ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ ਉਹ ਸਾਰੇ ਬੰਦੇ ਜਿਹੜੇ ਆ ਦੋਸ਼ੀ ਆ, ਉਹਨਾਂ ਦੇ ਲਿੰਕ ਜਿਹੜੇ ਉਹ ਸਾਬਤ ਹੋ ਜਾਣਗੇ ਸਰਕਾਰ ਦੇ ਬੰਦਿਆਂ ਨਾਲ। ਲੱਗਦਾ ਜਾਂਚ ਹੋ ਜੂਗੀ ਇਹਦੀ? ਦੇਖੋ ਸਾਡੀ ਮੰਗ ਆ ਕਿਉਂਕਿ ਸਾਨੂੰ ਉਮੀਦ ਤਾਂ ਕੋਈ ਨਹੀਂ ਇਸ ਸਰਕਾਰ ਕੋਲੋਂ, ਕਿਉਂਕਿ ਜਿੱਥੇ ਤੁਸੀਂ ਦੇਖ ਲਓ 5800 ਕਰੋੜ ਰੁਪਏ ਦਾ ਰੈਵਨਿਊ, ਐਕਸਾਈਜ਼ ਦਾ ਰੈਵਨਿਊ ਜਿਹੜਾ ਚੋਰੀ ਹੋ ਗਿਆ, ਸਮਗਲਿੰਗ ਕਰਾਤੀ ਸਰਕਾਰ ਨੇ, ਜੇ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ, ਕੱਲ ਰਾਜੀਨਾਮਾ ਵੀ ਹੋ ਗਿਆ, ਕੱਲ ਸਮਝੌਤਾ ਵੀ ਹੋ ਗਿਆ ਤੇ CS ਦਾ ਤਾਂ ਮੰਤਰੀਆਂ ਦਾ। ਸੋ ਉਮੀਦ ਕੋਈ ਨਹੀਂ, ਜਿੱਥੇ 5800 ਕਰੋੜ ਰੁਪਏ ਦਾ ਘੁਟਾਲਾ ਉਹਦਾ ਕੋਈ ਨਹੀਂ ਐਕਸ਼ਨ ਹੋਇਆ ਤੇ ਉੱਥੇ ਕਿਸਾਨਾਂ ਦੀ ਵਿਚਾਰਿਆਂ ਦੀ ਮੰਗ ਵਾਸਤੇ ਜਾਂ ਮਜ਼ਦੂਰਾਂ ਦੀਆਂ ਗੱਲਾਂ ਵਾਸਤੇ ਕੌਣ ਇਹ ਸਰਕਾਰ ਤਾਂ ਸੀਰੀਅਸ ਹੀ ਨਹੀਂ ਹੈਗੀ। ਉਮੀਦ ਕੋਈ ਨਹੀਂ, ਲੇਕਿਨ ਫਿਰ ਵੀ ਬਤੌਰ ਆਪੋਜੀਸ਼ਨ ਦਾ ਫਰਜ਼ ਅਸੀਂ ਆਪਣਾ ਨਿਭਾਵਾਂਗੇ, ਇਸ ਗੱਲ ਨੂੰ ਲੈ ਕੇ ਜਾਵਾਂਗੇ ਲੋਕਾਂ 'ਚ, ਅੰਦੋਲਨ ਕਰਾਂਗੇ, ਸੰਘਰਸ਼ ਕਰਾਂਗੇ ਉਹਨਾਂ ਵਾਸਤੇ। ਤੁਸੀਂ ਆਪੋਜੀਸ਼ਨ ਦੇ ਵਿੱਚ ਜਲੰਧਰ ਪ੍ਰਸ਼ਾਸਨ ਨੇ ਕਿੰਨੀਆਂ ਮੀਟਿੰਗਾਂ ਕੀਤੀਆਂ ਕਰੋਨਾ ਵਾਇਰਸ ਦੇ ਚੱਲਦਿਆਂ ਹੋਇਆ, ਕਿ ਇੱਕ ਮੀਟਿੰਗ 'ਚ ਵੀ ਸ਼ਾਮਲ ਹੋਏ? ਦੇਖੋ ਸਾਨੂੰ ਬੜਾ ਅਫਸੋਸ ਹੈ, ਇਸੇ ਕਰਕੇ ਅੱਜ ਮੈਂ ADC ਸਾਹਿਬ ਨੂੰ ਆਪਣੀ ਗੱਲ ਕਹੀ ਵੀ ਆ ਕਿ ਪਰਸੋਂ ਜਲੰਧਰ ਪ੍ਰਸ਼ਾਸਨ ਨੇ ਮੀਟਿੰਗ ਬੁਲਾਈ, ਡਿਪਟੀ ਕਮਿਸ਼ਨਰ ਸਾਹਿਬ ਨੇ ਸਾਰੇ ਜ਼ਿਲ੍ਹੇ ਦੇ MLAs ਦੀ, ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ BJP ਦੇ MLAs ਨੂੰ ਉਸ ਮੀਟਿੰਗ ਦਾ ਵਿੱਚ ਸੱਦਾ ਹੀ ਨਹੀਂ ਭੇਜਿਆ ਗਿਆ। ਤੇ ਫਿਰ ਮੈਂ ਇਹ ਕਹਿਣਾ ਚਾਹੁੰਦਾ ਵੀ ਉੱਥੇ ਫਿਰ ਪ੍ਰਸ਼ਾਸਨ ਜਿਹੜੀ ਆ ਉਹ MLAs ਦੀ ਮੀਟਿੰਗ ਨਾਲ ਇਹਨੂੰ ਕਿਹਾ ਕਰੇ, ਇਹਨੂੰ ਕਾਂਗਰਸ ਦੀ ਮੀਟਿੰਗ ਕਹਿ ਦਿਆ ਕਰਨ ਵੀ ਕਾਂਗਰਸ ਦੀ ਮੀਟਿੰਗ ਇਸ ਐਡਮਿਨਿਸਟ੍ਰੇਸ਼ਨ ਦੇ ਕਾਨਫਰੰਸ ਹਾਲ ਵਿੱਚ ਹੋ ਰਹੀ ਹੈ। ਜੇ ਇਸ
ਤੁਸੀਂ ਇੱਥੇ ਮੀਟਿੰਗ ਕਰਦੇ ਹੋ ਡੀਸੀ ਕੰਪਲੈਕਸ ਦੇ ਅੰਦਰ, ਇੱਥੇ ਸਭ ਦਾ ਅਧਿਕਾਰ ਹੈ। ਲੋਕਤੰਤਰ ਦੇ ਅੰਦਰ ਆਪੋਜੀਸ਼ਨ ਦਾ ਬਹੁਤ ਵੱਡਾ ਯੋਗਦਾਨ ਹੈ, ਰੋਲ ਆ। ਤੇ ਕਾਂਗਰਸ ਸਰਕਾਰ ਆਪੋਜੀਸ਼ਨ ਨੂੰ ਹਮੇਸ਼ਾ ਕਰਸ਼ ਕਰਦੀ ਆਈ ਹੈ, ਦਰੜਦੀ ਆਈ ਹੈ, ਤੇ ਆਪੋਜੀਸ਼ਨ ਹਮੇਸ਼ਾ ਲੋਕਾਂ ਦੀ ਆਵਾਜ਼ ਹੁੰਦੀ ਹੈ। ਹੁਣ ਤੁਸੀਂ ਦੇਖ ਲਓ, ਅਕਾਲੀ ਦਲ ਨੇ, ਬੀਜੇਪੀ ਨੇ ਜਿੰਨੀਆਂ ਮੁਸ਼ਕਲਾਂ ਜਿਹੜੀਆਂ ਉਠਾਈਆਂ, ਲੋਕਾਂ ਦੇ ਜ਼ਰੂਰੀ ਮੁੱਦੇ ਜਿਹੜੇ ਉਠਾਏ ਆ, ਕਾਂਗਰਸ ਨੂੰ ਤਾਂ ਉਹਦਾ ਧੰਨਵਾਦ ਕਰਨਾ ਚਾਹੀਦਾ ਸੀ। ਲੇਕਿਨ ਇਹ ਉਲਟ ਇਹੋ ਜਿਹੀਆਂ ਘਟੀਆਂ ਕਾਰਵਾਈਆਂ ਕਰਦੇ ਆ। ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਆਪੋਜੀਸ਼ਨ ਦੇ ਐਮਐਲਏ ਨੂੰ ਮੀਟਿੰਗ 'ਚ ਨਾ ਬੁਲਾਓ, ਤੇ ਉਹ ਡੀਸੀ ਸਾਹਿਬ ਵੀ ਸਾਨੂੰ ਕਹਿ ਦਿੰਦੇ ਕਰੋਨਾ ਕਰਕੇ ਅਸੀਂ ਮੀਟਿੰਗ ਨਹੀਂ ਕਰ ਸਕਦੇ। ਲੇਕਿਨ ਕਾਂਗਰਸ ਦੇ ਐਮਐਲਏ ਨਾਲ, ਜਿਹੜੇ ਹਲਕਾ ਇੰਚਾਰਜ ਆ, ਜਿਹੜੇ ਐਮਐਲਏ ਵੀ ਨਹੀਂ, ਉਹਨਾਂ ਨਾਲ ਮੀਟਿੰਗ ਹੋ ਰਹੀ ਆ। ਤੇ ਸਾਨੂੰ ਬੜਾ ਦੁੱਖ ਹੈ ਇਸ ਗੱਲ ਦਾ। ਘੱਟੋ ਘੱਟ ਬਿਊਰੋਕ੍ਰੇਸੀ ਨੂੰ ਇਹੋ ਜਿਹਾ ਪ੍ਰੈਸ਼ਰ 'ਚ ਨਹੀਂ ਆਉਣਾ ਚਾਹੀਦਾ। ਪਰ ਹੁਣ ਮੈਨੂੰ ਲੱਗਦਾ ਵੀ ਬਿਊਰੋਕ੍ਰੇਸੀ ਬਹੁਤ ਜ਼ਿਆਦਾ ਪ੍ਰੈਸ਼ਰ 'ਚ ਆ ਜਾਊਗੀ, ਕਿਉਂਕਿ ਜੇ ਚੀਫ ਸੈਕਟਰੀ ਕੋਲੋਂ ਮਾਫੀ ਮੰਗਾਤੀ 3 ਵਾਰੀ, ਖਜ਼ਾਨਾ ਮੰਤਰੀ ਕਹਿੰਦੇ 3 ਵਾਰੀ ਮਾਫੀ ਮੰਗਾਈ ਉਹਦੇ ਕੋਲੋਂ। ਜੇ ਚੀਫ ਸੈਕਟਰੀ ਜਿਹੜਾ ਮੁਖੀ ਹੁੰਦਾ ਆ ਸਾਰੇ ਐਡਮਿਨਿਸਟ੍ਰੇਸ਼ਨ ਦਾ, ਸਾਰੀ ਬਿਊਰੋਕ੍ਰੇਸੀ ਦਾ, ਜੇ ਉਹਦੇ ਕੋਲੋਂ 3 ਵਾਰੀ ਮਾਫੀ ਮੰਗਾਤੀ ਆ, ਤਾਂ ਹੁਣ ਇਹਦਾ ਮਤਲਬ ਪੰਜਾਬ 'ਚ ਬਿਊਰੋਕ੍ਰੇਸੀ ਜਿਹੜੀ ਐਡਮਿਨਿਸਟ੍ਰੇਸ਼ਨ ਆ, ਪ੍ਰਸ਼ਾਸਨ ਆ, ਉਹ ਦੱਬੂ ਬਣ ਜਾਊਗਾ। ਹੁਣ ਤਾਂ ਬੀਜ ਘਟਾਲਾ ਜਾਂ ਹੋਰ ਮੰਗਾਂ ਨੂੰ ਲੈ ਕੇ ਜੇ ਸੁਣਵਾਈ ਨਾ ਹੋਈ ਤਾਂ ਅਗਲੀ ਰਣਨੀਤੀ ਕੀ ਰਹੂ? ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਜਿੰਨੇ ਵੀ ਘੁਟਾਲੇ ਹੋਏ ਆ, ਚਾਹੇ ਉਹ ਐਕਸਾਈਜ਼ ਦਾ ਆ, ਚਾਹੇ ਉਹ ਰਾਸ਼ਨ ਦਾ ਘੁਟਾਲਾ ਹੋਇਆ, ਚਾਹੇ ਉਹ ਬੀਜ ਦਾ ਘੁਟਾਲਾ ਹੋਇਆ, ਉਹਨਾਂ ਸਾਰੇ ਮੁੱਦਿਆਂ 'ਤੇ ਅਸੀਂ ਸਰਕਾਰ ਨੂੰ ਘੇਰਾਂਗੇ, ਸਰਕਾਰ ਦੇ ਖਿਲਾਫ ਐਜੀਟੇਸ਼ਨ ਚਲਾਵਾਂਗੇ। ਔਰ ਮੈਂ ਮੰਗ ਕਰਦਾ, ਕਿਉਂਕਿ ਇਸ ਵੇਲੇ ਪੰਜਾਬ ਦੀ ਹਾਲਤ ਬਹੁਤ ਮਾੜੀ ਹੈ। ਪੰਜਾਬ ਦੇ ਅੰਦਰ ਇਸ ਵੇਲੇ ਕੋਈ ਵੀ ਚੀਜ਼ ਕੰਟਰੋਲ 'ਚ ਨਹੀਂ ਹੈ। ਪ੍ਰਾਈਸਾਂ ਕਿੱਦਾਂ ਵੱਧ ਰਹੀਆਂ, ਤੇ ਆਊਟ ਆਫ ਕੰਟਰੋਲ ਹੋ ਗਿਆ ਪੰਜਾਬ। ਮੈਂ ਕਾਂਗਰਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਵੀ ਸਾਡੇ ਮੁੱਖ ਮੰਤਰੀ ਜੀ ਕੱਲ੍ਹ ਲਗਭਗ 65 ਦਿਨਾਂ ਬਾਅਦ ਉਹ ਭੋਰੇ 'ਚੋਂ ਬਾਹਰ ਆਏ ਆ। ਬੜੀ ਤਪੱਸਿਆ ਕਰ ਰਹੇ ਸੀ ਪੰਜਾਬ ਦੀ ਬੈਟਰਮੈਂਟ ਲਈ, ਪੰਜਾਬ ਦੀ ਤਰੱਕੀ ਲਈ ਵਾਸਤੇ। ਉਹ ਕੱਲ੍ਹ ਬਾਹਰ ਆਏ ਆ। ਕੱਲ੍ਹ ਉਹਨਾਂ ਨੇ ਕੈਬਨਿਟ ਦੀ ਮੀਟਿੰਗ ਕੀਤੀ ਆ। ਤੋ ਇਸ ਗੱਲ ਤੋਂ ਆਪਾਂ ਨੂੰ ਭਲੀ ਭਾਂਤ ਸਮਝ ਆ ਜਾਂਦੀ ਆ ਵੀ ਸਰਕਾਰ ਕਿੰਨੀ ਕੁ ਗੰਭੀਰ ਆ ਕਿਸਾਨਾਂ ਲਈ, ਵਿਦਿਆਰਥੀਆਂ ਲਈ, ਮਜ਼ਦੂਰਾਂ ਲਈ, ਤੇ ਤੁਹਾਡੇ ਵਾਸਤੇ। ਵਿਦਿਆਰਥੀਆਂ ਦੀ ਗੱਲ ਕਰੀਏ, ਜਿਹੜੇ ਮੈਡੀਕਲ ਦੇ ਵਿਦਿਆਰਥੀ ਹੈਗੇ, ਉਹਨਾਂ ਦੀਆਂ ਫੀਸਾਂ ਫਿਰ ਵਧਾ ਦਿੱਤੀਆਂ ਹੈਗੀਆਂ ਨੇ। ਜੇ ਗੱਲ ਕਰੀਏ ਕਰੋਨਾ ਵਾਇਰਸ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਡਾਕਟਰਾਂ ਦਾ ਸੀ। ਇਹਨਾਂ ਨੂੰ ਕੁਝ ਸੋਚਣਾ ਚਾਹੀਦਾ, ਨਾ ਕਿ ਫੀਸਾਂ ਵਧਾਉਣੀਆਂ ਚਾਹੀਦੀਆਂ। ਡਾਕਟਰਾਂ ਨੂੰ, ਨਰਸਾਂ ਨੂੰ, ਤਾਂ ਪੰਜਾਬ ਸਰਕਾਰ ਨੂੰ, ਪੁਲਿਸ ਨੂੰ, ਸਫਾਈ ਕਰਮਚਾਰੀਆਂ ਨੂੰ, ਇਹ 4 ਮਹਿਕਮਿਆਂ ਨੂੰ ਡਬਲ ਤਨਖਾਹ ਪੰਜਾਬ ਸਰਕਾਰ ਨੂੰ ਦੇਣੀ ਚਾਹੀਦੀ ਸੀ, ਜੋ ਇਹਨਾਂ ਨੇ ਕੰਮ ਕੀਤਾ। ਫੀਸਾਂ ਵਧਾਤੀਆਂ, ਫੀਲਡ ਵਿੱਚ ਰਹੇ ਨਾ, ਇਹ ਚਾਰੋਂ ਡਿਪਾਰਟਮੈਂਟ ਫੀਲਡ 'ਚ ਰਹੇ ਆ। ਹੁਣ ਫੀਸਾਂ ਤਾਂ ਵਧਾਤੀਆਂ ਸਰਕਾਰ ਨੇ, ਅਪਰੂਵਲ ਦੇ ਦਿੱਤੀ ਹੈ, ਲੇਕਿਨ ਲੋਕਾਂ ਦੀ ਆਮਦਨ ਕਿੱਦਾਂ ਵਧਾਉਣੀ ਆ? ਲੋਕਾਂ ਦੀ ਜਿਹੜੀ ਪਹਿਲੀ ਆਮਦਨ ਉਹ ਵੀ ਅੱਧੀ ਰਹਿ ਗਈ ਆ। ਲੋਕਾਂ ਦੀਆਂ ਜਿਹੜੀਆਂ ਪਹਿਲੀਆਂ ਆਮਦਨਾਂ ਸੀ, ਉਹ ਕਰੋਨਾ ਵਾਇਰਸ ਦੇ ਆਉਣ ਤੋਂ ਬਾਅਦ ਅੱਧੀਆਂ ਤੋਂ ਵੀ ਅੱਧੀਆਂ ਰਹਿ ਗਈਆਂ, ਤੇ ਸਰਕਾਰ ਪੁੱਠੇ ਫੈਸਲੇ ਲੈ ਰਹੀ ਹੈ। ਇਹ ਬਿਲਕੁਲ ਸਮਝ ਨਹੀਂ ਆ ਰਹੀ ਵੀ ਸਰਕਾਰ ਕੀ ਕਰ ਰਹੀ ਹੈ। ਬਿਲਕੁਲ, ਜਿਸ ਤਰ੍ਹਾਂ ਕਿ ਪਵਨ ਕੁਮਾਰ ਟੀਨੂ ਜੀ ਨਾਲ ਗੱਲ ਕੀਤੀ, ਹੋਰ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਿਹੜੇ ਬਚਿੱਤਰ ਸਿੰਘ ਜੀ ਵੀ ਸਾਡੇ ਨਾਲ ਹੈ। ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ, ਕੀ ਕਰ ਰਹੇ? ਇਹ ਜਿਹੜਾ ਬੀਜ ਘੁਟਾਲਾ ਜਿਹੜਾ ਹੋਇਆ, ਉਹਦੇ ਰਿਗਾਰਡਿੰਗ ਅਸੀਂ ਏਡੀਸੀ ਸਾਹਿਬ ਨੂੰ ਮਿਲੇ। ਗੱਲ ਤਾਂ ਸਾਡੀ ਡੀਸੀ ਸਾਹਿਬ ਨੂੰ ਹੋਈ ਸੀ, ਪਰ ਡੀਸੀ ਸਾਹਿਬ ਆਏ ਨਹੀਂ। ਚਲੋ ਖੈਰ, ਆਉਣਾ ਚਾਹੀਦਾ ਸੀ, ਪਰ ਪਤਾ ਨਹੀਂ ਕਿਉਂ ਨਹੀਂ ਆਏ। ਪਰ ਜਿਹੜਾ ਯੂਨੀਵਰਸਿਟੀ ਤੋਂ ਜਿਹੜਾ ਮਾਨਤਾ ਪ੍ਰਾਪਤੀ ਜਿਹੜਾ ਸੀਟ ਨਹੀਂ ਹੈ, ਉਹ ਕਿਸਾਨਾਂ ਨੂੰ ਵੇਚਿਆ ਗਿਆ, ਕਿਸਾਨਾਂ ਨਾਲ ਧੋਖਾ ਕੀਤਾ ਗਿਆ। ਪੰਜਾਬ ਦੇ ਕਿਸਾਨ ਤਾਂ ਅੱਗੇ ਹੀ ਬੜੀ ਮਾੜੀ ਹਾਲਤ ਨੇ, ਖਾਸ ਕਰਕੇ ਦੁਆਬੇ ਦੇ ਪਿੱਛੇ ਆਲੂਆਂ ਦੀ ਬਹੁਤ ਵੱਡੀ ਮਾਰ ਪਈ ਹੈ। ਇੱਕ ਸੀਜ਼ਨ ਚੰਗਾ ਲੱਗਿਆ, ਪਰ ਆ ਹੁਣ ਜਿਹੜਾ ਇਲੀਗਲ ਸੀਡ ਜਿਹੜਾ ਵੇਚਿਆ, ਜਿਹੜਾ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਨਹੀਂ ਸੀ, ਇਹ ਕਿਸਾਨਾਂ ਨਾਲ ਬਹੁਤ ਹੀ ਵੱਡਾ ਜਿਹੜਾ ਮੈਂ ਸਮਝਦਾ ਧੋਖਾ ਹੋਇਆ। ਕਿਉਂਕਿ ਇਹ ਸੀਟ ਦੇ ਰਿਜ਼ਲਟ ਹਜੇ ਕਿਸੇ ਨੂੰ ਪਤਾ ਨਹੀਂ। ਹੋ ਸਕਦਾ ਹੈ ਇਹ ਸੀਟ ਦੇ ਰਿਜ਼ਲਟ ਬਿਲਕੁਲ ਜ਼ੀਰੋ ਨਿਕਲ, ਹੋ ਸਕਦਾ ਮਾੜੇ ਹੋਣ, ਕੀ ਹੋਣ, ਹਜੇ ਕੋਈ ਪਤਾ ਨਹੀਂ ਹੈ। ਪਰ ਇਹ ਜਿਹੜਾ ਇਲੀਗਲ ਜਿਹੜਾ ਸੀਡ ਹੈ, ਇਹਦੇ ਨਾਲ
ਜ਼ਿਮੀਂਦਾਰਾਂ ਨਾਲ ਧੋਖਾ ਹੋਇਆ, ਮੈਂ ਸਮਝਦਾ ਬਹੁਤ ਮਾੜੀ ਗੱਲ ਹੈ। ਜੇ ਗੱਲ ਕਰੀਏ ਤਾਂ ਕਿਸਾਨਾਂ ਨੂੰ ਲਗਾਤਾਰ ਮਾਰ ਪੈਂਦੀ ਆ ਰਹੀ ਹੈ। ਲੋਕਡਾਊਨ 'ਚ ਵੀ ਕਾਫੀ ਉਹਨਾਂ ਦਾ ਨੁਕਸਾਨ ਹੈ, ਉੱਪਰੋਂ ਲੇਬਰ ਵੀ ਜਿਹੜੀ ਵਾਪਸ ਚਲ ਗਈ ਹੈ ਕਾਫੀ ਪਰੇਸ਼ਾਨੀਆਂ ਦੇ ਵਿੱਚ, ਫਿਰ ਉੱਪਰੋਂ ਘਟਾਲੇ ਦਾ ਸਾਹਮਣੇ ਆ ਜਾਏ ਨਾ, ਉਹਦੇ ਬਾਰੇ ਦੇਖੋ, ਜਦੋਂ ਦੀ ਕਾਂਗਰਸ ਗਵਰਨਮੈਂਟ ਬਣੀ ਹੈ ਤੇ ਘੁਟਾਲੇ ਜਿਹੜੇ ਆ ਹੋ ਰਹੇ ਨੇ। ਪਹਿਲਾਂ ਮਾਈਨਿੰਗ ਮਾਫੀਆ, ਰੇਤਾ ਦਾ ਬਹੁਤ ਵੱਡਾ ਘੁਟਾਲਾ ਇਹਨਾਂ ਦੀ ਗਵਰਨਮੈਂਟ 'ਚ ਹੋਇਆ। ਉਸ ਤੋਂ ਬਾਅਦ 'ਚ ਲੋਕਡਾਊਨ ਦੇ ਦਰਮਿਆਨ ਇਲੀਗਲ ਜਿਹੜੀ ਹੈ ਸ਼ਰਾਬ ਵਿਕੀ ਹੈ। ਆ ਹੁਣ ਜਿਹੜਾ ਬੀਜ ਘੁਟਾਲਾ ਹੋਇਆ, ਇਹਨਾਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਜਾਂਚ ਕਰਕੇ ਮੈਂ ਸਮਝਦਾ ਵੀ CBI ਨੂੰ ਦੇਣੀ ਚਾਹੀਦੀ ਹੈ। ਇਹਦੀ ਜਾਂਚ ਕਰਕੇ ਜਿਹੜੇ ਵੀ ਮੈਂ ਸਮਝਦਾ ਇਹਦੇ ਵਿੱਚ ਇਨਵੋਲਵ ਹੈਗੇ ਨੇ ਉਹਨਾਂ ਨੂੰ ਸਖਤ ਸਜ਼ਾਵਾਂ ਦੇਣੀਆਂ ਚਾਹੀਦੀਆਂ, ਤਾਂ ਜੋ ਗਾਂਹ ਤੋਂ ਇਹੋ ਜਿਹੀ ਕੋਈ ਗਲਤੀ ਕਰਨ ਦੀ ਜ਼ਰੂਰਤ ਨਾ ਕਰੇ। ਬਿਲਕੁਲ, ਜਾਂਚ ਦਾ ਜਿਹੜਾ ਗੱਲ ਕੀਤੀ ਗਈ ਹੈ, ਤੁਸੀਂ ਕੀ ਕਹਿਣਾ ਚਾਹੁੰਦੇ? ਜਿਵੇਂ ਤੁਹਾਨੂੰ ਕੁਆੜ ਸਾਹਿਬ ਨੇ ਦੱਸਿਆ ਹੀ ਆ ਵੀ ਅੰਦਰ ਵੀ ਪਹਿਲਾਂ ਪ੍ਰਸ਼ਾਸਨਿਕ ਤੌਰ ਤੇ ਇਹ ਉਹਨਾਂ ਨੂੰ ਅਪੀਲ ਕਰਕੇ ਆਏ ਆ ਵੀ ਜਿੰਨੇ ਵੀ ਦੋਸ਼ੀ ਆ ਇਹਦੇ ਵਿੱਚ, ਕਿਉਂਕਿ ਕਿਸਾਨ ਨੂੰ ਤਾਂ ਪਹਿਲਾਂ ਹੀ ਦੋਹਰੀ ਮਾਰ, ਚਾਹੇ ਉਹ ਕੁਦਰਤੀ ਮਾਰ ਹੋਵੇ ਤਾਂ ਵੀ ਕਿਸਾਨ ਨੂੰ ਝੱਲਣੀ ਪੈਂਦੀ ਆ। ਇਹੋ ਜਿਹਾ ਲੀਡਰਾਂ ਦੀ ਜਿਹੜੀ ਕੀਤੀਆਂ ਗਲਤੀਆਂ ਉਹ ਵੀ ਖਮਿਆਜਾ ਜਾ ਕੇ ਕਿਸਾਨ ਨੂੰ ਭੁਗਤਣਾ ਪੈਣਾ, ਪਰ ਕਿਸਾਨ ਦੀ ਸੁਣਵਾਈ ਕੋਈ ਨਹੀਂ। ਕੱਲ੍ਹ ਦੇਖਿਆ ਵੀ ਜਦੋਂ ਪ੍ਰੈਸ ਕਾਨਫਰੰਸ ਹੋਈ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ, ਤੇ ਨਾਲ ਹੀ ਜਿਹੜੇ ਸਹਿਕਾਰਤਾ ਮੰਤਰੀ ਆ ਉਹ ਵੀ ਉਹਨਾਂ ਦੇ ਬਚਾਅ ਦੇ ਵਿੱਚ ਆ ਗਿਆ, ਕਿਉਂਕਿ ਜਿਹੜੀ ਇਹ ਫੈਕਟਰੀ ਆ ਜਿੱਥੋਂ ਇਹ ਸਾਰਾ ਕੁਝ ਹੋਇਆ ਉਹ ਡੇਰਾ ਬਾਬਾ ਨਾਨਕ ਦੇ ਵਿੱਚ ਆ। ਉੱਥੋਂ ਜਿਹੜੀ ਸ਼ੱਕ ਦੀ ਸੂਈ ਆ, ਸਿੱਧੇ ਤੋਂ ਸਿੱਧਾ ਕਹਿਣ ਦੀ ਗੱਲ ਨਹੀਂ, ਉਹ ਸਾਹਮਣੇ ਆ ਰਿਹਾ ਆ। ਪਰ ਫਿਰ ਵੀ ਸਰਕਾਰ ਨੇ ਜਿਹੜਾ ਬਣਦੀ ਕਾਰਵਾਈ ਹਾਲੇ ਠੋਸ ਨਹੀਂ ਕੀਤੀ, ਕਿਉਂਕਿ ਜਿਹੜੇ ਬੀਜ ਹਾਲੇ ਤਾਂ ਆਪਾਂ ਘੁਟਾਲੇ ਦੀ ਗੱਲ ਕਰਦੇ ਆ, ਜਿਹੜੇ ਕਿਸਾਨਾਂ ਨੇ ਬੀਜ ਲਿਆ ਆ ਉਹਨਾਂ ਦਾ ਕਿੰਨਾ ਨੁਕਸਾਨ ਹੋਣਾ। ਜੇਕਰ ਇਹ ਸਾਰਾ ਇਹਨਾਂ ਵਿੱਚੋਂ ਜਾਂਚ ਤੋਂ ਬਾਅਦ ਕੋਈ ਨਿਕਲਦਾ ਤਾਂ ਉਹਨਾਂ ਨੂੰ ਮੁਆਵਜ਼ੇ ਦੇ ਵੀ ਗਾਂਹ, ਜਿਨ੍ਹਾਂ ਦਾ ਨੁਕਸਾਨ ਹੋਇਆ, ਜਿਨ੍ਹਾਂ ਨੇ ਬੀਜ ਚੁੱਕਿਆ, ਉਹਨਾਂ ਨੂੰ ਮੁਆਵਜ਼ਾ ਵੀ ਸਰਕਾਰ ਨੂੰ ਦੇਣਾ ਬਣਦਾ। ਇਹ ਅਸੀਂ ਹੁਣ ਤੋਂ ਹੀ ਮੰਗ ਕਰਦੇ ਹਾਂ ਵੀ ਉਹਨਾਂ ਦੀ ਜਿਹੜੀ ਗਦੌਰੀ ਕਰਾ ਕੇ ਤਾਂ ਉਹਨਾਂ ਨੂੰ ਮੁਆਵਜ਼ੇ ਦੀ ਸਹੀ ਰਕਮ ਜਿਹੜੀ ਉਹ ਅਦਾ ਕਰਨੀ ਚਾਹੀਦੀ ਹੈ। ਮੰਗਾਂ ਨਾ ਪੂਰੀਆਂ ਹੋਈਆਂ ਫਿਰ ਕੀ ਰਣਨੀਤੀ? ਅੱਜ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਆ, ਤੇ ਜਿੱਥੇ ਸਾਡੀ ਲੀਡਰਸ਼ਿਪ ਨਾਲ ਕਹੂਗੀ ਤੇ ਸ਼੍ਰੋਮਣੀ ਯੂਥ ਅਕਾਲੀ ਦਲ ਡਟ ਕੇ ਸਾਥ ਦੇਊਗਾ ਉਹਨਾਂ ਦਾ। ਲਾਇਸੈਂਸ ਕੈਂਸਲ ਹੋਣੇ ਚਾਹੀਦੇ ਨੇ। ਜਿਹੜੇ ਵੀ ਫਾਰਮਾਂ ਤੇ ਬੀਜ ਬੀਜਿਆ ਜਾਂ ਜਿੱਥੋਂ ਜਿਹੜੀਆਂ ਵੀ ਦੁਕਾਨਾਂ ਤੋਂ ਵੇਚਿਆ ਗਿਆ ਉਹਨਾਂ ਦੇ ਲਾਇਸੈਂਸ ਕੈਂਸਲ ਹੋਣੇ ਚਾਹੀਦੇ ਨੇ। ਅੱਜ ਦਾ ਜਿਹੜਾ ਮੰਗ ਪੱਤਰ ਹੈ ਜੀ, ਇਹ ਬੜਾ ਹੀ ਨੁਕਸਾਨਦੇਹ ਆ, ਕਿਉਂਕਿ ਡੁਪਲੀਕੇਟ ਬੀਜ ਵਿਕਣੇ ਤੇ ਜਿਹੜਾ ਮਹਿਕਮਾ ਕੈਪਟਨ ਅਮਰਿੰਦਰ ਸਿੰਘ ਕੋਲ ਹੋਵੇ, ਉਹਦੇ ਮਹਿਕਮੇ ਦੇ ਵਿੱਚ ਕੋਈ ਇਹੋ ਜਿਹੇ ਗਬਨ ਹੋ ਜਾਣ, ਬਹੁਤ ਵੱਡੇ ਪੰਜਾਬ ਲੈਵਲ ਤੇ, ਮੈਂ ਤਾਂ ਕਹਿੰਦਾ ਸਾਰੇ ਦੇਸ਼ 'ਚ ਹੀ ਇਹਨਾਂ ਨੇ ਭੇਜ ਦਿੱਤਾ ਹੋਣਾ। ਇਮੀਡੀਏਟਲੀ ਇਹਦੀ ਕਾਰਵਾਈ ਹੋਣੀ ਚਾਹੀਦੀ ਹੈ। ਜਿਵੇਂ 11/5 ਦਾ ਪਰਚਾ ਹੋਇਆ ਸੀ, ਇਹਨੂੰ 5 ਦਿਨ ਵੀ ਨਹੀਂ ਸੀ ਪਾਉਣੇ ਚਾਹੀਦੇ। ਟਾਈਮ ਬਾਉਂਡ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਸੀ। ਟਾਈਮ ਬਾਉਂਡ ਲੋਕਾਂ ਨੂੰ ਰਿਫੰਡ ਹੋਣਾ ਚਾਹੀਦਾ ਸੀ, ਕਿਉਂਕਿ ਜਿਹੜੇ ਲੋਕਾਂ ਨੇ ਬੀਜ ਦਿੱਤਾ ਉਹਨਾਂ ਵਿਚਾਰਿਆਂ ਦਾ ਜੇ ਖੇਤ ਖਰਾਬ ਹੋ ਗਏ ਤੇ ਬੜੀ ਮੁਸ਼ਕਿਲ ਕਰਨਗੇ। ਕਿਸਾਨ ਬਹੁਤ ਬਿਪਤਾ 'ਚ ਪਿਆ। ਕਿਸਾਨ ਤਾਂ ਉਡੀਕ ਰਿਹਾ ਸੀ ਕਿ ਸਾਨੂੰ ਉਹ ਕੋਈ ਨਾ ਕੋਈ ਰਿਲੀਫ ਮਿਲੇ। ਕਿਸਾਨ ਚਾਹੁੰਦਾ ਸੀ ਕਿ ਸਾਨੂੰ ਕੰਪਲਸੇਟ ਕੀਤਾ ਜਾਏ ਕਿ ਇਸ ਵਾਰ ਸਾਨੂੰ ਨਹੀਂ ਮਿਲ ਰਹੀਆਂ ਲੇਬਰਾਂ, ਤੇ ਸਾਨੂੰ ਬੀਜਾਂ ਤੇ ਵੀ ਸਬਸਿਡੀ ਮਿਲੇ, ਬੀਜ ਵੀ ਚੰਗੇ ਮਿਲਣ, ਤੇ ਨਾਲ ਲਾਉਣ ਵਾਸਤੇ ਵੀ ਕੋਈ ਸਾਡੀ ਮਦਦ ਕੀਤੀ ਜਾਏ। ਪਰ ਲੇਕਿਨ ਇਹਨਾਂ ਨੇ ਤਾਂ ਉਲਟ ਕਰਤਾ। ਅਜੇ 5600 ਕਰੋੜ ਵਾਲੀ ਗੱਲ ਤਾਂ ਖਤਮ ਨਹੀਂ ਹੋਈ, ਕਿਉਂਕਿ 5600 ਕਰੋੜ ਰੁਪਈਆ ਜਿਹੜਾ ਸ਼ਰਾਬ ਦਾ ਗਬਨ ਹੋਇਆ ਹੈ, ਰੈਵਨਿਊ ਗਿਆ ਹੈ, ਉਹਦੀ ਤਾਂ ਅਜੇ ਕਾਰਵਾਈ ਕੋਈ ਨਹੀਂ ਹੋਈ। ਉਹ ਅਜੇ ਹਾਹਾਕਾਰ ਮਚੀ ਹੋਈ ਹੈ, ਕਿਉਂਕਿ ਕਰੋਨਾ 'ਚ ਇੱਕੋ ਗੱਲ ਸੁਣੀ ਜਾਂਦੀ ਸੀ, ਸਾਡੇ ਕੋਲ ਤਾਂ ਕੋਈ ਪੈਸਾ ਹੈ ਨਹੀਂ, ਤੇ ਰੈਵਨਿਊ ਕਿੱਥੋਂ ਆਣਾ? ਰੇਤਾ ਬਜਰੀ ਹੈ, ਉਹਦੇ 'ਚ ਵੇਖੋ ਬਿਲਕੁਲ ਕੋਈ ਪੈਸਾ ਜਿਹੜਾ ਆ ਇਹਨਾਂ ਕੋਲ ਸਰਕਾਰ ਕੋਲ ਰਿਕਵਰੀ ਨਹੀਂ ਹੋ ਰਿਹਾ, ਲੋਕ ਆਪ ਲੈ ਰਹੇ ਨੇ। ਇਹ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਨਾ ਚਾਹੀਦਾ ਹੈ ਤੇ ਇਹ ਕਾਰਵਾਈ ਇੱਕਦਮ ਕਰਨੀ ਚਾਹੀਦੀ ਹੈ। ਤੇ ਜਿਹੜਾ ਰਾਸ਼ਨ ਗਰੀਬਾਂ ਨੂੰ ਨਹੀਂ ਨਾ ਮਿਲਿਆ ਜੀ, ਗਰੀਬ ਆਦਮੀਆਂ ਨੂੰ ਪਿੰਡਾਂ 'ਚ, ਆਬਾਦੀਆਂ 'ਚ ਜਾਂ ਵਿਤਕਰਾ ਹੋਇਆ ਹੈ, ਉਹਦੀ ਇਨਕੁਆਇਰੀ ਜ਼ਰੂਰ ਖੋਲ੍ਹਣੀ ਚਾਹੀਦੀ। ਇਹਨਾਂ ਚੀਜ਼ਾਂ ਦੀ ਕਾਰਵਾਈ ਦੀ ਮੰਗ ਕਰਦੇ ਆ। DC ਸਾਹਿਬ ਨੂੰ ਮੈਮੋਰੰਡਮ ਦੇ ਕੇ ਜਾ ਰਹੇ ਆ, ਜੇ ਨਾ ਹੋਈ ਤੇ ਧਰਨੇ ਵੀ ਦਿਆ। DC ਨੂੰ ਜਿਹੜਾ ਮੰਗ ਪੱਤਰ ਵੀ ਦਿੱਤਾ, ਉਹਦੇ ਨਾਲ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਇਹਨਾਂ ਦੇ ਜਿਹੜੇ ਜਾਂਚ ਕੀਤੀ ਜਾਣੀ ਹੈ ਤੇ ਜਿਹੜੀ ਸਖਤ ਕਾਰਵਾਈ ਦੀ ਜਿਹੜੀ ਮੰਗ ਕਰ ਰਹੇ ਹੈ। ਕੈਮਰਾਮੈਨ ਜਵੇਸ਼ ਦੇ ਨਾਲ ਵਿਨੋਦ ਸੱਭਰਵਾਲ, ਲਿਵਿੰਗ ਇੰਡੀਆ ਨਿਊਜ਼, ਜਲੰਧਰ।